ਹੈਲੋ एवरीवन ਵੈਲਕਮ ਟੂ CBC ਅਕੈਡਮੀ ਅਵੋਰ। ਮੈਂ ਹਾਂ ਅਰੁਣ ਤਨੇਜਾ। ਅੱਜ ਆਪਾਂ ਕੰਟੀਨਿਊ ਕਰਾਂਗੇ ਆਪਾਂ ਐਕਸਪੈਕਟਿਡ ਕੁਐਸਚਨ ਆਫ ਜੀਓਗ੍ਰਾਫੀ ਪਾਰਟ 4। ਪਾਰਟ 3 ਆਪਾਂ ਆਲਰੇਡੀ ਕਰਵਾ ਚੁੱਕੇ ਹਾਂ। ਉਹਨਾਂ ਦੇ ਜਿਹੜੇ ਲਿੰਕ ਹੈਗੇ ਆ ਡਿਸਕ੍ਰਿਪਸ਼ਨ ਬਾਕਸ ਦੇ ਵੀ ਦਿੱਤੇ ਹੋਏ ਹੈ। ਜੇ ਤੁਹਾਨੂੰ ਜੀਓਗ੍ਰਾਫੀ ਦੀ ਸੀਰੀਜ਼ ਵਧੀਆ ਲੱਗ ਰਹੀ ਹੈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ। ਸੋ ਨੈਕਸਟ ਹੈਗਾ ਸੋਰਸ ਆਫ ਦਾ ਟੌਪਿਕ। ਸੋਰਸ ਆਫ ਟੌਪਿਕ ਤੁਹਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅਗਰ ਤੁਹਾਨੂੰ ਸੋਰਸ ਆਫ ਟੌਪਿਕ ਪਤਾ ਹੋਊਗਾ ਤੁਸੀਂ ਐਕਸਪੈਕਟ ਕਰ ਸਕਦੇ ਹੋ ਵੀ ਜਿਹੜਾ PPSC ਕੁਐਸਚਨ ਐਜੇ ਵੀ ਪੁੱਛ ਸਕਦਾ ਹੈ। ਸੋ ਆਪਾਂ ਦੱਸਦੇ ਹਾਂ ਤੁਹਾਨੂੰ ਸੋਰਸ ਆਫ ਟੌਪਿਕ ਕੀ ਹੈ। ਪ੍ਰੀਵੀਅਸ ਈਅਰ ਪੇਪਰਸ ਆਫ ਦਾ UPSC, UPPCS, ਬਿਹਾਰ PCS, MP PCS ਐਂਡ ਦਾ ਅਦਰ ਸਟੇਟ PCS। ਜਿੰਨੇ ਵੀ ਸਟੇਟ ਦੇ PCS ਹੈਗੇ ਆ ਉਹਨਾਂ ਦਾ ਲੈਵਲ ਕੀ ਹੈ, ਉਸ ਲੈਵਲ ਦਾ ਹੀ ਆਪਣਾ ਪੰਜਾਬ PPSC ਪੇਪਰ ਪਾਉਂਦੀ ਹੈ। ਸੋ ਉਸ ਲੈਵਲ ਨੂੰ ਮੈਚ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹੋ ਜਿਹੇ ਕੁਐਸਚਨ ਆਪਾਂ ਨੂੰ ਆ ਸਕਦੇ ਆ। ਸੋ ਇਹ ਆਪਣੇ ਜਿਹੜੇ ਆਪਾਂ ਕੁਐਸਚਨ ਕਰਾਂਗੇ ਇੱਕਦਮ ਐਗਜ਼ਾਮ ਦੇ ਨਾਲ ਰੈਲੇਵੈਂਟ ਕੁਐਸਚਨ ਹੋਣਗੇ। ਆਪਾਂ ਫालतू ਕੁਐਸਚਨ ਕੋਈ ਨਹੀਂ ਕਰਾਂਗੇ। ਜਿਹੜੇ ਐਗਜ਼ਾਮ ਦੇ ਵਿੱਚ ਕੁਐਸਚਨ ਆਏ ਹੋਏ ਆ ਤੇ PPSC ਪੁੱਛ ਸਕਦਾ ਆਪਾਂ ਉਹੀ ਕੁਐਸਚਨ ਕਰਾਂਗੇ। ਸੋ ਹੁਣ ਆਪਾਂ ਕੁਐਸਚਨ ਤੇ ਮੂਵ ਕਰਦੇ ਹਾਂ। ਆਪਣਾ ਜਿਹੜਾ ਪਹਿਲਾ ਕੁਐਸਚਨ ਹੈਗਾ ਕੁਟਾਨਾਡ ਔਰ ਦਾ ਕੁਟਾਨਾਡੂ ਆਫ ਦਾ ਕੇਰਲਾ ਇਜ਼ ਫੇਮਸ ਫॉर। ਜਿਹੜਾ ਕੁਟਾਨਾਡ ਹੈਗਾ ਕਿਸ ਲਈ ਫੇਮਸ ਹੈਗਾ, ਜਿਹੜਾ ਕੇਰਲਾ ਦੇ ਵਿੱਚ ਹੈਗਾ ਕਿਸ ਚੀਜ਼ ਲਈ ਫੇਮਸ ਹੈਗਾ। ਸੋ ਆਪਾਂ ਨੂੰ ਚਾਰ ਆਪਸ਼ਨ ਦਿੱਤੇ ਹੋਏ ਆ। ਫਰੈਸ਼ ਵਾਟਰ ਲੇਕ ਹੈਗੀ ਹੈ, ਦ ਰੀਜਨ ਵਿਦ ਦ ਲੋਐਸਟ ਐਲਟੀਟਿਊਡ ਇਨ ਇੰਡੀਆ, ਸੀ ਆਪਸ਼ਨ ਹੈਗਾ ਕੋਰਲ ਆਈਲੈਂਡ ਹੈਗਾ, ਡੀ ਆਪਸ਼ਨ ਹੈਗਾ ਵੈਸਟਰਨ ਮੋਸਟ ਪੁਆਇੰਟ ਆਫ ਇੰਡੀਆ। ਵੈਸਟਰਨ ਮੋਸਟ ਪੁਆਇੰਟ ਤਾਂ ਹੋ ਹੀ ਨਹੀਂ ਸਕਦਾ ਕਿਉਂਕਿ ਕੇਰਲਾ ਸਾਊਥ ਦੇ ਵਿੱਚ ਹੈਗਾ। ਸੋ ਇਹ ਤਾਂ ਕੱਟਿਆ ਹੀ ਗਿਆ। ਫਰੈਸ਼ ਵਾਟਰ ਲੇਕ ਵੀ ਨਹੀਂ ਹੋ ਸਕਦਾ ਕਿਉਂਕਿ ਉੱਥੇ ਜ਼ਿਆਦਾ ਤੋਂ ਜ਼ਿਆਦਾ ਸਾਲਟ ਵਾਟਰ ਲੇਕਸ ਹੈਗੀ ਆ। ਦ ਰੀਜਨ ਵਿਦ ਦ ਲੋਐਸਟ ਐਲਟੀਟਿਊਡ ਇਨ ਇੰਡੀਆ, ਸੋ ਆਪਣਾ ਆਂਸਰ ਹੋ ਜਾਊਗਾ ਰੀਜਨ ਵਿਦ ਦ ਲੋਐਸਟ ਐਲਟੀਟਿਊਡ ਇਨ ਇੰਡੀਆ। ਆਪਣਾ ਆਂਸਰ ਹੋ ਜਾਊਗਾ ਕੁਟਾਨਾਡ। ਇੱਕ ਹੋਰ ਚੀਜ਼ ਲਈ ਵੀ ਬਹੁਤ ਜ਼ਿਆਦਾ ਫੇਮਸ ਹੈਗਾ ਕੁਟਾਨਾਡ, ਉਹ ਹੈਗਾ ਬਿਲੋ ਸੀ ਲੈਵਲ ਫਾਰਮਿੰਗ ਦੇ ਲਈ ਫੇਮਸ ਹੈਗਾ ਕੁਟਾਨਾਡ। ਹੋਰ ਕਿਸ ਚੀਜ਼ ਲਈ ਫੇਮਸ ਹੈਗਾ? ਬਿਲੋ ਸੀ ਲੈਵਲ ਫਾਰਮਿੰਗ ਲਈ ਫੇਮਸ ਹੈਗਾ ਕੁਟਾਨਾਡ, ਜਿਹੜੀ ਸਾਈਟ ਹੈਗੀ ਹੈ ਕੇਰਲਾ ਦੇ ਵਿੱਚ। ਸੋ ਆਪਾਂ ਥੱਲੇ ਪੜ੍ਹ ਵੀ ਲੈਂਦੇ ਹਾਂ ਜਿਹੜੀ ਆਪਾਂ ਨੂੰ ਐਕਸਪਲੇਨੇਸ਼ਨ ਦਿੱਤੀ ਹੋਈ ਹੈ ਤੁਹਾਡੀ ਕਨਵੀਨੀਅੰਸ ਦੇ ਲਈ। ਕੁਟਾਨਾਡ ਆਫ ਦਾ ਕੇਰਲਾ ਇਜ਼ ਫੇਮਸ ਫॉर ਦਾ ਲੋਐਸਟ ਐਲਟੀਟਿਊਡ ਇਨ ਇੰਡੀਆ। ਵੀ ਜਿਹੜਾ ਕੁਟਾਨਾਡ ਕੇਰਲਾ ਦੇ ਵਿੱਚ ਹੈਗਾ ਉਹਦੇ ਵਿੱਚ ਕੀ ਹੈਗਾ, ਸਭ ਤੋਂ ਫੇਮਸ ਕੀ ਹੈਗਾ? ਲੋਐਸਟ ਐਲਟੀਟਿਊਡ ਇਨ ਇੰਡੀਆ। ਜਿਹੜਾ ਐਲਟੀਟਿਊਡ ਹੈਗਾ ਕੇਰਲਾ ਦੇ ਵਿੱਚ ਕੁਟਾਨਾਡ ਦੇ ਵਿੱਚ ਉਹ ਸਭ ਤੋਂ ਜ਼ਿਆਦਾ ਨੀਵਾਂ ਹੈਗਾ। ਕੁਟਾਨਾਡ ਇਜ਼ ਕਾਲਡ ਐਜ਼ ਦਾ ਰਾਈਸ ਬਾਊਲ ਆਫ ਦਾ ਕੇਰਲਾ। ਕੁਟਾਨਾਡ ਨੂੰ ਰਾਈਸ ਬਾਊਲ ਆਫ ਕੇਰਲਾ ਵੀ ਕਿਹਾ ਜਾਂਦਾ ਹੈ। ਹੇਅਰ ਫਾਰਮਿੰਗ ਪ੍ਰੈਕਟਿਸ 2.5 to 4 ਮੀਟਰ ਬਿਲੋ ਦਾ ਸੀ ਲੈਵਲ। ਬਿਲੋ ਸੀ ਲੈਵਲ ਫਾਰਮਿੰਗ ਹੁੰਦੀ ਹੈ, ਜਿਵੇਂ ਕਿ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਵੀ ਕੁਟਾਨਾਡ ਹੋਰ ਵੀ ਇੱਕ ਚੀਜ਼ ਲਈ ਫੇਮਸ ਹੈ, ਬਿਲੋ ਸੀ ਲੈਵਲ ਫਾਰਮਿੰਗ ਦੇ ਲਈ। ਸੋ ਨੈਕਸਟ ਪੁਆਇੰਟ ਹੈਗਾ FAO ਹੈਜ਼ ਡਿਕਲੇਅਰਡ ਦਾ ਕੁਟਾਨਾਡ ਫਾਰਮਿੰਗ ਸਿਸਟਮ ਐਜ਼ ਏ ਗਲੋਬਲੀ ਇੰਪੋਰਟੈਂਟ ਐਗਰੀਕਲਚਰ ਹੈਰੀਟੇਜ ਸਿਸਟਮ। FAO ਨੇ ਇਹਨੂੰ ਡਿਕਲੇਅਰ ਕੀਤਾ ਗਿਆ, ਜਿਹੜੀ ਕੁਟਾਨਾਡ ਫਾਰਮਿੰਗ ਸਿਸਟਮ ਹੈਗਾ ਉਹਨੂੰ ਡਿਕਲੇਅਰ ਕੀਤਾ ਗਿਆ ਗਲੋਬਲੀ ਇੰਪੋਰਟੈਂਟ ਐਗਰੀਕਲਚਰ ਹੈਰੀਟੇਜ ਸਿਸਟਮ GIAHS। ਇਹ ਇਹੋ ਜਿਹੇ ਸਾਈਟਸ ਹੁੰਦੀਆਂ ਜਿਹੜੀਆਂ ਇਨਵਾਇਰਮੈਂਟ ਦੇ ਨਾਲ ਆਪਣਾ ਰਿਲੇਸ਼ਨ ਬਹੁਤ ਹੀ ਵਧੀਆ ਬਣਾ ਕੇ ਰੱਖਦੀਆਂ। ਜਿਵੇਂ ਕਿ ਇਨਵਾਇਰਮੈਂਟ ਨੂੰ ਹੋਰ ਫਾਇਦਾ ਹੁੰਦਾ ਹੈ ਜਿਹੀਆਂ ਸਾਈਟਸ ਦੇ ਨਾਲ ਇਹ ਜਿਹੀ ਫਾਰਮਿੰਗ ਜਿਹੜੀ ਸਕਿੱਲ ਇੱਥੇ ਯੂਜ਼ ਕੀਤੀਆਂ ਜਾਂਦੀਆਂ ਕੁਟਾਨਾਡ ਫਾਰਮਿੰਗ ਦੇ ਵਿੱਚ, ਉਹਦੇ ਨਾਲ ਇਨਵਾਇਰਮੈਂਟ ਨੂੰ ਵੀ ਬੈਨੀਫਿਟ ਹੁੰਦਾ ਹੈ। ਸੋ ਇਸੇ ਕਰਕੇ FAO ਨੇ ਡਿਕਲੇਅਰ ਕੀਤਾ ਹੈ ਗਲੋਬਲੀ ਇੰਪੋਰਟੈਂਟ ਐਗਰੀਕਲਚਰ ਹੈਰੀਟੇਜ ਸਿਸਟਮ। ਕਿਹਨੂੰ ਕੀਤਾ? ਕੁਟਾਨਾਡ ਫਾਰਮਿੰਗ ਨੂੰ। ਬਹੁਤ ਇੰਪੋਰਟੈਂਟ ਹੈਗਾ, ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਹੋਇਆ, ਉਮੀਦ ਕਰ ਸਕਦੇ PPSC ਵੀ ਪੁੱਛ ਸਕਦਾ ਇਹ ਵਾਲੇ ਕੁਐਸਚਨ ਨੂੰ। ਇੱਕ ਗੱਲ ਹੋਰ ਵੀ ਹੈਗੀ ਹੈ ਵੀ FAO ਦੇ ਹੈੱਡਕੁਆਟਰ ਕਿੱਥੇ ਹੈਗੇ ਆ? ਰੋਮ ਦੇ ਵਿੱਚ ਹੈਗੇ ਆ। ਜਿਹੜਾ ਲਾਸਟ PPSC 2018 ਸੀਗਾ ਉਹਦੇ ਵਿੱਚ ਇਹਦੇ ਹੈੱਡਕੁਆਟਰ ਪੁੱਛੇ ਹੋਏ ਸੀਗੇ। ਉਮੀਦ ਕਰਦੇ ਹਾਂ ਅਗਾਂਹ ਵੀ ਪੁੱਛੇ ਜਾ ਸਕਦੇ ਕਿਸੇ ਹੋਰ ਕੁਐਸਚਨ ਦੇ ਨਾਲ ਰਿਲੇਟ ਕਰਕੇ। ਸੋ ਕੁਟਾਨਾਡ ਫਾਰਮਿੰਗ ਨੂੰ GIAHS ਸਾਈਟ ਦਾ ਮਿਲਿਆ ਹੋਇਆ। ਕਿਉਂ ਡਿਕਲੇਅਰ ਕਰਦਾ? ਕਿਉਂਕਿ ਇਹ ਸਾਰੀਆਂ ਜਿੰਨੀਆਂ ਵੀ ਸਾਈਟਸ ਹੁੰਦੀਆਂ GIAHS, ਇਹ ਸਾਰੀਆਂ ਦੀਆਂ ਸਾਰੀਆਂ ਸਾਈਟਸ ਇਨਵਾਇਰਮੈਂਟ ਫਰੈਂਡਲੀ ਹੁੰਦੀਆਂ। ਸੋ ਬਹੁਤ ਹੀ ਇੰਪੋਰਟੈਂਟ ਹੈਗਾ। ਸੋ ਹੁਣ ਆਪਾਂ ਨੈਕਸਟ ਕੁਐਸਚਨ ਤੇ ਮੂਵ ਕਰਦੇ। ਨੈਕਸਟ ਕੁਐਸਚਨ ਹੈਗਾ ਦ ਫਲੈਟ ਪਲੇਨਸ ਅਲੋਂਗ ਦਾ ਸਬ ਹਿਮਾਲਿਆ ਰੀਜਨ ਇਨ ਦਾ ਨਾਰਥ ਇੰਡੀਆ ਆਰ ਕਾਲਡ। ਸਬ ਹਿਮਾਲਿਆ ਰੀਜਨ ਦੇ ਨਾਲ ਜਿਹੜੇ ਫਲੈਟ ਪਲੇਨਸ ਹੈਗੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਸੋ ਉਹਨਾਂ ਨੂੰ ਕਿਹਾ ਜਾਂਦਾ ਹੈ ਭਾਬਰ ਰੀਜਨ। ਭਾਬਰ ਰੀਜਨ ਕਿਹਨੂੰ ਕਿਹਾ ਜਾਂਦਾ ਹੈ? ਜਿਹੜੇ ਸਬ ਹਿਮਾਲਿਆ ਰੀਜਨ ਹੈਗਾ ਉਹਦੇ ਨਾਲ ਜਿਹੜੇ ਫਲੈਟ ਪਲੇਨਸ ਹੈਗੇ ਉਹਨਾਂ ਨੂੰ ਕਿਹਾ ਜਾਂਦਾ ਹੈ ਭਾਬਰ ਰੀਜਨ। ਜਿਹੜਾ ਸ਼ਿਵਾਲਿਕਸ ਤੋਂ ਜਦੋਂ ਆਪਾਂ ਥੱਲੇ ਆਉਣੇ ਆ, ਸ਼ਿਵਾਲਿਕਸ ਫੁੱਟ ਹਿਲਸ ਆਫ ਹਿਮਾਲਿਆਜ਼ ਹੈ। ਜਿਵੇਂ ਜਿਵੇਂ ਆਪਾਂ ਥੱਲੇ ਆਉਣੇ ਆ ਜਿਹੜਾ ਸਭ ਤੋਂ ਥੱਲੜਾ ਪੋਰਸ਼ਨ ਆ ਉਹਨਾਂ ਨੂੰ ਸ਼ਿਵਾਲਿਕਸ ਕਿਹਾ ਜਾਂਦਾ ਹੈ। ਜਦੋਂ ਆਪਾਂ ਸ਼ਿਵਾਲਿਕਸ ਤੋਂ ਥੱਲੇ ਪਲੇਨਸ 'ਤੇ ਆਉਣੇ ਆ, ਸਭ ਤੋਂ ਜਿਹੜੇ ਪਲੇਨਸ ਆਉਂਦੇ ਆ ਥੱਲੇ ਉਹਨਾਂ ਨੂੰ ਕਿਹਾ ਜਾਂਦਾ ਭਾਬਰ ਪਲੇਨਸ। ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਇੱਥੇ ਜਿਹੜੀਆਂ ਬਹੁਤ ਵੱਡੀਆਂ ਵੱਡੀਆਂ ਜਿਹੜੇ ਬੋਲਡਰਸ ਹੁੰਦੇ ਆ, ਜਿਹੜੇ ਸੈਂਡ ਦੇ ਬੋਲਡਰਸ ਹੁੰਦੇ ਉੱਪਰੋਂ ਆਉਂਦੀ ਹੈ, ਜਿਹੜੀ ਸੈਡੀਮੈਂਟੇਸ਼ਨ ਕਹਿ ਸਕਦੇ ਜਿਹੜੀ ਡੈਪੋਜੀਸ਼ਨ ਹੁੰਦੀ ਹੈ, ਜਿਹੜੀ ਇਰੋਜ਼ਨ ਹੁੰਦੀ ਹੈ, ਜਿਹੜੇ ਆਪਣੇ ਪਹਾੜ ਹੈਗੇ ਉਹਨਾਂ ਦੀ ਇਰੋਜ਼ਨ ਹੁੰਦੀ ਹੈ, ਉਹ ਭਾਬਰ ਪਲੇਨਸ 'ਤੇ ਹੀ ਜਾ ਕੇ ਨਿਕਲਦੀ ਹੈ। ਸੋ ਆਪਾਂ ਇਹਨਾਂ ਨੂੰ ਪੜ੍ਹ ਵੀ ਲੈਂਦੇ ਹਾਂ ਥੋੜ੍ਹੀ ਜਿਹੀ ਐਕਸਪਲੇਨੇਸ਼ਨ ਨੂੰ ਵੀ। ਦ ਫਲੈਟ ਪਲੇਨਸ ਅਲੋਂਗ ਦਾ ਸਬ ਹਿਮਾਲਿਆ ਰੀਜਨ ਇਨ ਦਾ ਨਾਰਥ ਇੰਡੀਆ ਆਰ ਕਾਲਡ ਭਾਬਰ। ਜਿਹੜੇ ਭਾਬਰ ਪਲੇਨ ਹੈਗੇ ਆ ਜਦੋਂ ਸ਼ਿਵਾਲਿਕਸ ਤੋਂ ਥੱਲੇ ਆ ਜਾਂਦੇ ਆ ਨਾਲੋਂ ਦੀ ਨਾਲ ਸਟਾਰਟ ਹੋ ਜਾਂਦੇ ਭਾਬਰ ਪਲੇਨ। ਭਾਬਰ ਤੋਂ ਬਾਅਦ ਕਿਹੜੇ ਆਉਂਦੇ ਆ? ਤਰਾਈ ਪਲੇਨਸ। ਬਹੁਤ ਇੰਪੋਰਟੈਂਟ ਹੈਗਾ। ਇਟ ਇਜ਼ ਦਾ ਨੈਰੋ ਬੈਲਟ ਅਲੋਂਗ ਦਾ 8 to 10 ਕਿਲੋਮੀਟਰ ਪੈਰਲਲ ਟੂ ਦਾ ਸ਼ਿਵਾਲਿਕ ਫੁੱਟ ਹਿਲਸ ਆਫ ਦਾ ਬ੍ਰੇਕਅਪ ਆਫ ਦਾ ਸਲੋਪ। ਜਦੋਂ ਸਲੋਪ ਬ੍ਰੇਕ ਹੋ ਜਾਂਦੀ ਹੈ, ਜਦੋਂ ਸ਼ਿਵਾਲਿਕਸ ਤੋਂ ਆਪਾਂ ਥੱਲੇ ਲੈ ਜਾਂਦੇ ਆ ਉਦੋਂ ਕੀ ਸਟਾਰਟ ਹੋ ਜਾਂਦਾ ਹੈ?
ਆਪਣੇ ਭਾਬਰ ਪਲੇਨਸ। ਜਦੋਂ ਕਦੋਂ ਸਟਾਰਟ ਹੁੰਦੇ ਆ? ਜਦੋਂ ਸ਼ਿਵਾਲਿਕਸ ਖਤਮ ਹੁੰਦੀਆਂ, ਜਦੋਂ ਆਪਾਂ ਪਲੇਨਸ 'ਤੇ ਉਤਰ ਜਾਂਦੇ ਹਾਂ ਉਦੋਂ ਸਟਾਰਟ ਹੋ ਜਾਂਦੇ ਭਾਬਰ ਪਲੇਨਸ। ਬਹੁਤ ਇੰਪੋਰਟੈਂਟ ਹੈਗਾ। ਭਾਬਰ ਤੋਂ ਬਾਅਦ ਕਿਹੜੇ ਆਉਂਦੇ ਆ? ਤਰਾਈ ਪਲੇਨਸ। ਆਪਾਂ ਉਹਨਾਂ ਬਾਰੇ ਹੀ ਪੜ੍ਹ ਲੈਂਦੇ ਹਾਂ। ਐਜ਼ ਦ ਰਿਜ਼ਲਟ ਆਫ ਦਿਸ ਦ ਸਟਰੀਮਸ ਐਂਡ ਦ ਰਿਵਰ ਕਮਿੰਗ ਫਰਮ ਦ ਮਾਊਂਟੇਨਸ ਡਿਪੋਜ਼ਿਟ ਹੈਵੀ ਮਟੀਰੀਅਲ ਆਫ ਦ ਰੌਕਸ ਐਂਡ ਦ ਬੋਲਡਰਸ ਐਟ ਟਾਈਮ ਡਿਸਅਪੀਅਰ ਇਨ ਦਿਸ ਜ਼ੋਨ। ਜਿਹੜੇ ਮਤਲਬ ਬੋਲਡਰਸ ਤੇ ਵੱਡੇ ਵੱਡੇ ਉਹ ਹੁੰਦੇ ਆ, ਰੌਕਸ ਹੁੰਦੇ ਆ, ਉਹ ਸਾਰੇ ਹੀ ਇੱਥੇ ਆ ਕੇ ਡਿੱਗਦੇ ਆ ਅਤੇ ਡਿਸਅਪੀਅਰ ਹੋ ਜਾਂਦੇ ਆ ਸਾਰੇ ਦੇ ਪਲੇਨਸ ਦੇ ਵਿੱਚ। ਸਾਊਥ ਆਫ ਦ ਭਾਬਰ ਪਲੇਨਸ ਇਜ਼ ਤਰਾਈ ਪਲੇਨਸ। ਜਦੋਂ ਭਾਬਰ ਪਲੇਨਸ ਦਾ ਜਿਹੜੇ ਸਾਊਥ ਏਰੀਆ ਹੁੰਦਾ ਉਹਨੂੰ ਕਿਹਾ ਜਾਂਦਾ ਤਰਾਈ ਪਲੇਨਸ। ਬਹੁਤ ਇੰਪੋਰਟੈਂਟ ਹੈਗਾ। ਪਹਿਲਾਂ ਆਉਂਦਾ ਭਾਬਰ, ਫਿਰ ਆਉਂਦਾ ਤਰਾਈ। ਬਹੁਤ ਇੰਪੋਰਟੈਂਟ ਹੈਗਾ। ਸੋ ਇਹ ਸਾਰੀਆਂ ਗੱਲਾਂ ਆਪਾਂ ਧਿਆਨ ਦੇ ਵਿੱਚ ਰੱਖਣੀਆਂ। ਕਿਵੇਂ ਬਣਦੇ ਆ, ਕਿੱਥੇ ਹੁੰਦੇ ਆ। ਕੱਲ੍ਹ ਨੂੰ ਇਹ ਵੀ ਪੁੱਛ ਲਿਆ ਜਾਂਦਾ ਵੀ ਜਦੋਂ ਸ਼ਿਵਾਲਿਕਸ ਖਤਮ ਹੁੰਦੀਆਂ ਤਾਂ ਕਿਹੜੇ ਪਲੇਨਸ ਆਉਂਦੇ, ਤਾਂ ਆਪਣਾ ਆਨਸਰ ਆ ਜਾਊਗਾ ਭਾਬਰ ਪਲੇਨਸ। ਭਾਬਰ ਤੋਂ ਥੱਲੇ ਕਿਹੜੇ ਹੈਗੇ? ਤਰਾਈ ਪਲੇਨਸ। ਆਪਾਂ ਹੁਣ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ। ਨੈਕਸਟ ਹੈਗਾ ਬੈਰਨ ਆਈਲੈਂਡ ਇਜ਼ ਲੋਕੇਟਿਡ ਇਨ। ਜਿਹੜਾ ਆਪਣਾ ਬੈਰਨ ਆਈਲੈਂਡ ਹੈਗਾ ਉਹ ਕਿੱਥੇ ਲੋਕੇਟ ਕੀਤਾ ਜਾ ਸਕਦਾ? ਆਪਾਂ ਨੂੰ 4 ਆਪਸ਼ਨ ਦਿੱਤੇ ਹੋਏ ਆ। ਬੇ ਆਫ ਬੰਗਾਲ, ਬੀ ਹੈਗਾ ਅਰੇਬੀਅਨ ਸੀ, ਸੀ ਹੈਗਾ ਮੈਡੀਟੇਰੀਅਨ ਸੀ, ਡੀ ਹੈਗਾ ਚਾਈਨਾ ਸੀ। ਜਿਹੜਾ ਆਪਣਾ ਬੈਰਨ ਆਈਲੈਂਡ ਹੈਗਾ ਉਹ ਲੋਕੇਟ ਕੀਤਾ ਜਾ ਸਕਦਾ ਬੇ ਆਫ ਬੰਗਾਲ ਦੇ ਵਿੱਚ। ਬੇ ਆਫ ਬੰਗਾਲ ਦੇ ਵਿੱਚ ਕਿੱਥੇ? ਅੰਡਾਮਾਨ ਨਿਕੋਬਾਰ ਆਈਲੈਂਡ ਦੇ ਵਿੱਚ ਲੋਕੇਟ ਕੀਤਾ ਜਾ ਸਕਦਾ ਬੈਰਨ ਆਈਲੈਂਡ ਨੂੰ। ਇਹ ਕਿਉਂ ਇੰਪੋਰਟੈਂਟ ਹੈਗਾ ਬੈਰਨ ਆਈਲੈਂਡ? ਕਿਉਂਕਿ ਇੱਕ ਹੀ ਐਕਟਿਵ ਵੋਲਕੈਨੋ ਹੈਗਾ ਇੰਡੀਆ ਦੇ ਵਿੱਚ, ਉਹ ਹੈਗਾ ਬੈਰਨ ਆਈਲੈਂਡ ਦੇ ਵਿੱਚ। ਕਿਉਂ ਹੈਗਾ ਇੰਪੋਰਟੈਂਟ? ਕਿਉਂਕਿ ਇੱਕ ਹੀ ਐਕਟਿਵ ਵੋਲਕੈਨੋ ਹੈਗਾ ਪੂਰੇ ਇੰਡੀਆ ਦੇ ਵਿੱਚ ਜਿਹਦਾ ਨਾਮ ਹੈਗਾ ਬੈਰਨ ਆਈਲੈਂਡ। ਬਹੁਤ ਇੰਪੋਰਟੈਂਟ ਹੈਗਾ। ਇਹ ਕਿੱਥੇ ਹੈਗਾ? ਅੰਡਾਮਾਨ ਨਿਕੋਬਾਰ ਦੇ ਵਿੱਚ। ਅੰਡਾਮਾਨ ਨਿਕੋਬਾਰ ਬਾਰੇ ਹੋਰ ਕਿਹੜੀਆਂ ਗੱਲਾਂ ਹੈਗੀਆਂ? ਅੰਡਾਮਾਨ ਨਿਕੋਬਾਰ ਦੀ ਕੈਪੀਟਲ ਹੈਗੀ ਹੈ ਪੋਰਟ ਬਲੇਅਰ। ਇਹਦੇ ਵਿੱਚ ਜਿਹੜੀਆਂ ਮੇਜਰ ਟਰਾਈਬ ਹੈਗੀਆਂ ਜਿਵੇਂ ਕਿ ਜਾਰਵਾ, ਸ਼ੌਂਪੇਨ ਤੇ ਸੈਂਥਲੀਸ ਟਰਾਈਬ ਬਹੁਤ ਇੰਪੋਰਟੈਂਟ ਹੈਗੀਆਂ। ਅੰਡਾਮਾਨ ਨਿਕੋਬਾਰ ਦਾ ਹਾਈਐਸਟ ਪੀਕ ਕਿਹੜਾ ਹੈ? ਅੰਡਾਮਾਨ ਨਿਕੋਬਾਰ ਦਾ ਹਾਈਐਸਟ ਪੀਕ ਹੈਗਾ ਸੈਡਲ ਪੀਕ, ਜਿਹਦੀ ਹਾਈਟ ਹੈਗੀ ਹੈ 738 ਮੀਟਰ। ਬਹੁਤ ਇੰਪੋਰਟੈਂਟ ਪੁਆਇੰਟ ਹੈਗੇ ਆ। ਬੈਰਨ ਆਈਲੈਂਡ ਕਿੱਥੇ ਹੈਗਾ? ਅੰਡਾਮਾਨ ਨਿਕੋਬਾਰ ਦੇ ਵਿੱਚ। ਅੰਡਾਮਾਨ ਨਿਕੋਬਾਰ ਆਪ ਕਿੱਥੇ ਹੈਗਾ? ਬੇ ਆਫ ਬੰਗਾਲ ਦੇ ਵਿੱਚ। ਬਹੁਤ ਇੰਪੋਰਟੈਂਟ ਗੱਲਾਂ ਹੈਗੀਆਂ, ਤੁਸੀਂ ਪੈਨ ਡਾਊਨ ਕਰਦੇ ਜਾਓ ਜਿਹੜੀਆਂ ਤੁਹਾਨੂੰ ਐਕਸਟਰਾ ਗੱਲਾਂ ਦੱਸੀਆਂ। ਟਰਾਈਬਸ ਕਿਹੜੀਆਂ ਹੈਗੀਆਂ? ਸੈਂਟਲੀਸ, ਜਾਰਵਾਸ ਤੇ ਸ਼ੌਂਪੇਨ ਟਰਾਈਬ। ਬਹੁਤ ਇੰਪੋਰਟੈਂਟ ਟਰਾਈਬਸ ਹੈਗੀਆਂ। ਸਾਰੀਆਂ ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ। ਜਿਹੜੀ ਅੰਡਾਮਾਨ ਨਿਕੋਬਾਰ ਹੈਗਾ ਉਹਨਾਂ ਨੂੰ ਕਿਹੜਾ ਚੈਨਲ ਅੱਡ ਕਰਦਾ? ਉਹਨਾਂ ਨੂੰ ਅੱਡ ਕਰਦਾ 10 ਡਿਗਰੀ ਚੈਨਲ। ਇਹ ਸਾਰੀਆਂ ਗੱਲਾਂ ਤੁਸੀਂ ਪੈਨ ਡਾਊਨ ਕਰਦੇ ਜਾਣਾ ਕਿਉਂਕਿ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈਗੀਆਂ। ਸੋ ਹੁਣ ਆਪਾਂ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ ਬਿਨਾਂ ਕਿਸੇ ਦੇਰੀ ਦੇ। ਸੋ ਨੈਕਸਟ ਕੁਐਸਚਨ ਹੈਗਾ ਛੱਤੀਸਗੜ੍ਹ ਡਜ਼ ਨਾਟ ਹੈਵ ਅ ਕਾਮਨ ਬਾਉਂਡਰੀ ਵਿਦ। ਛੱਤੀਸਗੜ੍ਹ ਦੀ ਕਿਹਦੇ ਨਾਲ ਬਾਉਂਡਰੀ ਟੱਚ ਨਹੀਂ ਹੁੰਦੀ? ਆਪਾਂ ਨੂੰ 4 ਆਪਸ਼ਨ ਦਿੱਤੇ ਹੋਏ ਆ। ਮਹਾਰਾਸ਼ਟਰ ਦੇ ਨਾਲ, ਬਿਹਾਰ ਦੇ ਨਾਲ, ਉੜੀਸਾ ਦੇ ਨਾਲ, ਆਂਧਰਾ ਪ੍ਰਦੇਸ਼ ਦੇ ਨਾਲ। ਛੱਤੀਸਗੜ੍ਹ ਦੀ ਜਿਹੜੀ ਬਾਉਂਡਰੀ ਹੈਗੀ ਆ ਉਹ ਬਿਹਾਰ ਦੇ ਨਾਲ ਟੱਚ ਨਹੀਂ ਹੁੰਦੀ, ਬਾਕੀ ਸਾਰਿਆਂ ਦੇ ਨਾਲ ਟੱਚ ਹੁੰਦੀ ਆ। ਆਪਾਂ ਬੋਰਡਰਿੰਗ ਸਟੇਟ ਦੇ ਵਿੱਚੋਂ ਹਰ ਵਾਰ ਕੋਈ ਨਾ ਕੋਈ ਕੁਐਸਚਨ ਕਰ ਰਹੇ ਹਾਂ ਕਿਉਂਕਿ ਐਗਜ਼ਾਮ ਦੇ ਵਿੱਚ ਪੁੱਛੇ ਹੋਏ ਕੁਐਸਚਨ ਹੈਗੇ ਜਿੰਨੇ ਵੀ ਆਪਾਂ ਕਰ ਰਹੇ ਹਾਂ। ਉਮੀਦ ਕਰਦੇ ਹਾਂ PPSC ਵੀ ਅਜਿਹਾ ਹੀ ਪੈਟਰਨ ਫੋਲੋ ਕਰੂਗਾ। ਜੇ ਮੈਂ ਤੁਹਾਨੂੰ ਕੱਲ੍ਹ ਵੀ ਕਿਹਾ ਸੀਗਾ ਜਦੋਂ ਤੁਸੀਂ ਬੋਰਡਰਿੰਗ ਦੇ ਕੁਐਸਚਨ ਪੜ੍ਹ ਰਹੇ ਹੋ ਜਾਂ ਲੋਕੇਸ਼ਨਲ ਜੀਓਗ੍ਰਾਫੀ ਦਾ ਕੋਈ ਵੀ ਕੁਐਸਚਨ ਪੜ੍ਹ ਰਹੇ ਹੋ ਤਾਂ ਆਪਣੇ ਕੋਲ ਮੈਪਸ ਜ਼ਰੂਰ ਰੱਖੋ। ਸੋ ਛੱਤੀਸਗੜ੍ਹ ਕਿਹਦੇ ਨਾਲ ਬਾਉਂਡਰੀ ਟੱਚ ਕਰਦਾ? ਉਹ ਕਰਦਾ ਮਹਾਰਾਸ਼ਟਰ ਦੇ ਨਾਲ, ਉੜੀਸਾ ਦੇ ਨਾਲ, ਆਂਧਰਾ ਪ੍ਰਦੇਸ਼ ਦੇ ਨਾਲ। ਆਪਾਂ ਹੋਰ ਵੀ ਪੜ੍ਹ ਲੈਂਦੇ ਹਾਂ। ਛੱਤੀਸਗੜ੍ਹ ਸ਼ੇਅਰ ਬਾਰਡਰ ਵਿਦ ਦ ਉੱਤਰ ਪ੍ਰਦੇਸ਼ ਇਨ ਦ ਨਾਰਥ, ਮੱਧ ਪ੍ਰਦੇਸ਼ ਇਨ ਦ ਨਾਰਥ ਵੈਸਟ, ਉੜੀਸਾ ਐਂਡ ਦ ਝਾਰਖੰਡ ਇਨ ਦ ਨਾਰਥ ਈਸਟ, ਆਂਧਰਾ ਪ੍ਰਦੇਸ਼ ਇਨ ਦ ਸਾਊਥ, ਮਹਾਰਾਸ਼ਟਰ ਇਨ ਦ ਵੈਸਟ ਐਂਡ ਦ ਤੇਲੰਗਾਨਾ। ਬਹੁਤ ਇੰਪੋਰਟੈਂਟ ਹੈਗਾ। ਸੋ ਇਹ ਸਾਰੀਆਂ ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ ਵੀ ਕਿਹਨੂੰ ਟੱਚ ਕਰਦਾ, ਕਿਹਨੂੰ ਨਹੀਂ ਕਰਦਾ। ਸੋ ਬਿਹਾਰ ਨੂੰ ਛੱਤੀਸਗੜ੍ਹ ਬਾਉਂਡਰੀ ਟੱਚ ਨਹੀਂ ਹੁੰਦੀ। ਸੋ ਤੁਸੀਂ ਜਿਵੇਂ ਕੁਐਸਚਨ ਪੜ੍ਹ ਰਹੇ ਹੋ ਤੁਸੀਂ ਆਪਣੇ ਸਾਹਮਣੇ ਮੈਪ ਰੱਖੋ, ਵੇਖੋ ਵੀ ਛੱਤੀਸਗੜ੍ਹ ਕਿਹਨੂੰ ਟੱਚ ਕਰ ਰਿਹਾ, ਕਿਹਨੂੰ ਨਹੀਂ ਕਰ ਰਿਹਾ। ਤੁਸੀਂ ਪੈਨ ਡਾਊਨ ਕਰੋ। ਤੁਸੀਂ ਰੋਜ਼ ਮੈਪ ਦੇ ਵਿੱਚ ਕੀ ਕਰਨਾ? ਬੋਰਡਰਿੰਗ ਕੰਟਰੀਜ਼ ਜਿਹੜੀਆਂ ਬੋਰਡਰਿੰਗ ਸਟੇਟਸ ਹੈਗੀਆਂ ਕਿਹਦਾ ਬਾਰਡਰ ਲੱਗ ਰਿਹਾ ਤੁਸੀਂ ਸਾਰੀਆਂ ਯਾਦ ਕਰਨੀਆਂ। ਤੇ ਜਿਹੜਾ ਆਪਣਾ ਲੋਕੇਸ਼ਨ ਜੀਓਗ੍ਰਾਫੀ ਦੇ ਵਿੱਚ ਹੋਰ ਕੀ ਆ ਜਾਂਦਾ, ਜਿਹੜੀਆਂ ਆਪਣੀਆਂ ਜਿਵੇਂ ਮਾਊਂਟੇਨਸ ਰੀਜਨ ਹੈਗੇ ਆ ਜਿਵੇਂ ਕਿ ਕਾਇਮੂਰ ਹਿਲਸ ਹੈਗੀਆਂ, ਜਿਹੜੀਆਂ ਆਪਣੀਆਂ ਨੀਲਗਿਰੀ ਹਿਲਸ ਹੈਗੀਆਂ ਜਾਂ ਕੋਰੋਮੰਡਲ ਕੋਸਟ ਹੈਗੀ ਹੈ, ਇਹ ਸਾਰੀਆਂ ਜਿੰਨੀਆਂ ਹਿਲਸ ਹੈਗੀਆਂ ਇਹਨਾਂ ਨੂੰ ਤੁਸੀਂ ਨੌਰਥ ਤੋਂ ਈਸਟ ਤੱਕ ਅਰੇਂਜ ਕਰੋ, ਸਾਊਥ ਤੋਂ ਈਸਟ ਅਰੇਂਜ ਕਰੋ, ਤਾਂ ਜਿਹੜੀ ਤੁਹਾਡੀ ਲੋਕੇਸ਼ਨਲ ਜੀਓਗ੍ਰਾਫੀ ਹੈਗੀ ਹੈ ਮੈਪਿੰਗ ਪੋਰਸ਼ਨ ਆ ਬਹੁਤ ਜ਼ਿਆਦਾ ਵਧੀਆ ਹੋ ਜਾਊਗਾ। ਸੋ ਆਪਾਂ ਉਮੀਦ ਕਰਦੇ ਹਾਂ PPSC ਵੀ ਮੈਪਿੰਗ ਦੇ ਵਿੱਚੋਂ ਕੋਈ ਨਾ ਕੋਈ ਕੁਐਸਚਨ ਜ਼ਰੂਰ ਪੁੱਛੇਗਾ। ਸੋ ਆਪਾਂ ਹੁਣ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ। ਨੈਕਸਟ ਹੈਗਾ ਬੋਡੋਜ਼ ਆਰ ਇਨਹੈਬੀਟੈਂਟ ਆਫ। ਬੋਡੋ ਇੱਕ ਟਰਾਈਬ ਹੈਗੀ ਹੈ। ਆਪਾਂ ਨੂੰ ਪੁੱਛਿਆ ਗਿਆ ਵੀ ਕਿੱਥੋਂ ਦੀ ਟਰਾਈਬ ਹੈਗੀ। ਆਪਾਂ ਨੂੰ 4 ਆਪਸ਼ਨ ਦਿੱਤੇ ਹੋਏ ਹੈ। ਗਾਰੋ ਹਿਲਸ, ਬੀ ਹੈਗਾ ਸੰਥਾਲ ਪਰਗਾਨਾਸ, ਸੀ ਹੈਗਾ ਐਮਾਜ਼ਨ ਬੇਸਿਨ, ਡੀ ਹੈਗਾ ਮੱਧ ਪ੍ਰਦੇਸ਼। ਜਿਹੜੀ ਬੋਡੋ ਟਰਾਈਬ ਹੈਗੀ ਹੈ ਗਾਰੋ ਹਿਲਸ ਤੋਂ ਬਿਲੋਂਗ ਕਰਦੀ ਹੁੰਦੀ ਹੈ। ਗਾਰੋ ਹਿਲਸ ਕਿੱਥੇ ਹੈਗੀਆਂ? ਗਾਰੋ ਹਿਲਸ ਹੈਗੀਆਂ ਮੇਘਾਲਿਆ ਦੇ ਵਿੱਚ। ਹੋਰ ਕਿਹੜੀਆਂ ਹਿਲਸ ਹੈਗੀਆਂ ਮੇਘਾਲਿਆ ਦੇ ਵਿੱਚ? ਗਾਰੋ, ਖਾਸੀ, ਜੰਤੀਆ। ਗਾਰੋ, ਖਾਸੀ, ਜੰਤੀਆ ਹਿਲਸ ਹੈਗੀਆਂ ਕਿੱਥੇ ਹੈਗੀਆਂ? ਮੇਘਾਲਿਆ ਦੇ ਵਿੱਚ। ਬਹੁਤ ਇੰਪੋਰਟੈਂਟ ਹੈਗਾ। ਸੋ ਆਪਾਂ ਪੜ੍ਹ ਵੀ ਲੈਂਦੇ ਹਾਂ। ਬੋਡੋ ਟਰਾਈਬ ਇਜ਼ ਐਨ ਐਥਨਿਕ ਐਂਡ ਦ ਲਿੰਗੁਇਸਟਿਕ ਗਰੁੱਪ that mainly reside in the Garo hills of the Meghalaya. Santhal Pargana is the Santhal majority division of the Bihar. ਜਿਹੜਾ ਸੰਥਾਲ ਪਰਗਾਨਾ ਹੈਗਾ ਉਹ ਕਿੱਥੇ ਹੈਗਾ? ਬਿਹਾਰ ਦੇ ਵਿੱਚ ਹੈਗਾ। ਸੰਥਾਲ ਹੋਰ ਕਿੱਥੇ ਪਾਏ ਜਾਂਦੇ ਹੈ? ਹੋਰ ਝਾਰਖੰਡ ਦੇ ਵਿੱਚ ਪਾਏ ਜਾਂਦੇ। ਜਿਹੜਾ ਸੰਥਲ ਟਰਾਈਬ ਹੈਗੀ ਉਹ ਝਾਰਖੰਡ ਦੇ ਵਿੱਚ ਪਾਈ ਜਾਂਦੀ ਹੈ। ਮੈਂ ਤੁਹਾਨੂੰ ਇੱਕ ਗੱਲ ਹੋਰ ਵੀ ਦੱਸਣਾ ਚਾਹੂੰਗਾ।
ਵੀ ਜਿਹੜਾ ਆਪਣਾ ਸੰਥਲ ਰਬੀਲੀਅਨ ਹੈਗਾ ਉਹ ਕਦੋਂ ਹੋਇਆ ਸੀਗਾ? ਸੰਥਲ ਰਬੀਲੀਅਨ ਹੋਇਆ ਸੀਗਾ 1855 ਤੋਂ 1856 ਦੇ ਵਿੱਚ। ਕਿਹੜੇ ਲੋਰਡ ਦੇ ਦੌਰਾਨ ਹੋਇਆ ਸੀਗਾ ਇਹ ਵਾਲਾ ਰਬੀਲੀਅਨ? ਇਹ ਲੋਰਡ ਡਲਹੌਜ਼ੀ ਦੇ ਦੌਰਾਨ ਹੋਇਆ ਸੀਗਾ ਸੰਥਲ ਰਬੀਲੀਅਨ। ਬਹੁਤ ਇੰਪੋਰਟੈਂਟ ਗੱਲ ਹੈਗੀ ਹੈ। ਜਿਹੜਾ ਆਪਣਾ ਸੰਥਲ ਪਰਗਨਾ ਹੈਗਾ ਉਹ ਬਿਹਾਰ ਦੇ ਵਿੱਚ ਮੇਨਲੀ ਹੁੰਦਾ ਹੈ, ਤੇ ਬਾਕੀ ਜਿਹੜੇ ਸੰਥਲ ਆ ਉਹ ਹੋਰ ਕਿੱਥੇ ਪਾਏ ਜਾਂਦੇ? ਝਾਰਖੰਡ ਦੇ ਵਿੱਚ ਵੀ ਪਾਏ ਜਾਂਦੇ। ਬੋਡੋ ਟਰਾਈਬ ਕਿੱਥੇ ਪਾਈ ਜਾਂਦੀ? ਮੇਘਾਲਿਆ ਦੇ ਵਿੱਚ। ਮੇਘਾਲਿਆ ਵਿੱਚ ਕਿੱਥੇ? ਗਾਰੋ ਹਿਲਸ ਦੇ ਵਿੱਚ। ਹੋਰ ਕਿਹੜੀਆਂ ਹਿਲਸ ਹੈਗੀਆਂ ਮੇਘਾਲਿਆ ਦੇ ਵਿੱਚ? ਗਾਰੋ, ਖੈਸੀ, ਜੈਂਤੀਆ ਹਿਲਸ ਹੈਗੀਆਂ। ਬਹੁਤ ਇੰਪੋਰਟੈਂਟ ਗੱਲ ਹੈਗੀ ਹੈ। ਸੋ ਹੁਣ ਆਪਾਂ ਨੈਕਸਟ ਤੇ ਮੂਵ ਕਰਦੇ ਹਾਂ। ਨੈਕਸਟ ਕੁਐਸਚਨ ਹੈਗਾ ਬਿਟਵੀਨ ਵਿਚ ਟੂ ਮਾਊਂਟੇਨ ਰੇਂਜਸ ਇਨ ਦਾ ਵੈਲੀ ਆਫ ਦਾ ਕਸ਼ਮੀਰ ਸਿਚੁਏਟਡ। ਜਿਹੜੀ ਆਪਣੀ ਵੈਲੀ ਆਫ ਕਸ਼ਮੀਰ ਹੈਗੀ ਹੈ ਕਿੱਥੇ ਲਾਈ ਕਰਦੀ ਹੈ? ਕਿਹੜੀ ਦੋ ਮਾਊਂਟੇਨ ਰੇਂਜਸ ਦੇ ਵਿੱਚ ਲਾਈ ਕਰਦੀ ਹੈ? ਬਹੁਤ ਹੀ ਇੰਪੋਰਟੈਂਟ ਹੈ, ਬਹੁਤ ਹੀ ਵਾਇਰਲ ਕੁਐਸਚਨ ਹੈ, ਵਾਰ-ਵਾਰ ਪੁੱਛਿਆ ਜਾ ਰਿਹਾ ਹੈ, ਤੇ PPSC ਵੀ ਇਹੋ ਹੀ ਪੈਟਰਨ ਫੋਲੋ ਕਰ ਰਹੀ ਹੈ ਜੋਗ੍ਰਾਫੀ ਦੇ ਵਿੱਚ। ਸੋ ਆਪਾਂ ਨੂੰ ਪੁੱਛਿਆ ਵੀ ਜਾ ਸਕਦਾ ਕੱਲ੍ਹ ਨੂੰ। ਸੋ ਆਪਾਂ ਨੂੰ 4 ਆਪਸ਼ਨ ਦਿੱਤੇ ਹੋਏ ਆ। ਲਦਾਖ ਤੇ ਜਸਕਰ ਰੇਂਜ ਦੇ ਵਿੱਚ ਲਾਈ ਕਰਦੀ ਹੈ, ਗ੍ਰੇਟਰ ਹਿਮਾਲਿਆਸ ਤੇ ਪੀਰ ਪੰਜਾਲ ਰੇਂਜ ਦੇ ਵਿੱਚ ਲਾਈ ਕਰਦੀ ਹੈ, ਜਾਂ ਗ੍ਰੇਟਰ ਹਿਮਾਲਿਆ ਤੇ ਜਸਕਰ ਰੇਂਜ ਦੇ ਵਿੱਚ ਰਿਲਾਈ ਕਰਦੀ ਹੈ। ਤੇ ਡੀ ਆਪਸ਼ਨ ਹੈਗਾ ਕਾਰਾਕੋਰਮ ਤੇ ਲਦਾਖ ਰੇਂਜ ਦੇ ਵਿੱਚ ਲਾਈ ਕਰਦੀ ਹੈ। ਜਿਹੜਾ ਆਪਣਾ ਆਨਸਰ ਹੋ ਜਾਊਗਾ ਗ੍ਰੇਟਰ ਹਿਮਾਲਿਆਸ ਤੇ ਪੀਰ ਪੰਜਲ ਦੇ ਵਿੱਚ ਜਿਹੜਾ ਆਪਣਾ ਵੈਲੀ ਆਫ ਕਸ਼ਮੀਰ ਹੈਗੀ ਉਹ ਲਾਈ ਕਰਦੀ ਹੈ। ਆਪਾਂ ਪੜ੍ਹ ਵੀ ਲੈਂਦੇ ਹਾਂ ਥੋੜ੍ਹਾ ਜਿਹਾ। ਕਸ਼ਮੀਰ ਵੈਲੀ ਇਜ਼ ਬਾਉਂਡਡ ਔਨ ਦਾ ਸਾਊਥ ਵੈਸਟ ਬਾਈ ਦਾ ਪੀਰ ਪੰਜਲ ਰੇਂਜ ਐਂਡ ਔਨ ਦਾ ਨਾਰਥ ਈਸਟ ਬਾਈ ਦਾ ਗ੍ਰੇਟ ਹਿਮਾਲਯਨ ਰੇਂਜ। ਜਿਹੜੀ ਪੀਰ ਪੰਜਲ ਰੇਂਜ ਜਾਂ ਲਦਾਖ ਰੇਂਜ ਹੈਗੀਆਂ ਸਾਰੀਆਂ ਜੰਮੂ ਐਂਡ ਕਸ਼ਮੀਰ ਦੇ ਵਿੱਚ ਪਾਈਆਂ ਜਾਂਦੀਆਂ। ਸੋ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਵੀ ਜਿਹੜੀ ਆਪਣੀ ਇੰਡਸ ਰਿਵਰ ਹੈਗੀ ਹੈ ਉਹ ਕਿਹੜੀਆਂ ਦੋ ਰੇਂਜਸ ਦੇ ਵਿੱਚੋਂ ਕ੍ਰੋਸ ਕਰਦੀ ਹੈ। ਇਹ ਵੀ ਬਹੁਤ ਜ਼ਿਆਦਾ ਵਾਇਰਲ ਕੁਐਸਚਨ ਹੈਗਾ। ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ ਹੈ, ਤੁਹਾਨੂੰ ਰਿਪਲਾਈ ਵੀ ਜ਼ਰੂਰ ਮਿਲੂਗਾ। ਸੋ ਹੁਣ ਆਪਾਂ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ। ਜੇ ਕਿਸੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ। ਸਾਡੀ ਐਪ ਵੀ ਹੈਗੀ ਹੈ CBC ਐਗਜ਼ਾਮ ਗੁਰੂ ਐਪ, ਤੁਸੀਂ ਉਹਨੂੰ ਵੀ ਡਾਊਨਲੋਡ ਕਰੋ। ਉੱਥੇ ਬਹੁਤ ਸਾਰੇ ਅਸੀਂ ਫ੍ਰੀ ਕੁਇਜ਼ ਪ੍ਰੋਵਾਈਡ ਕਰ ਰਹੇ ਹਾਂ ਪੰਜਾਬ ਦੇ ਪਰਸਪੈਕਟਿਵ ਤੋਂ, ਪੰਜਾਬ ਐਗਜ਼ਾਮ ਦੇ ਪਰਸਪੈਕਟਿਵ ਤੋਂ। ਉਹ ਤੁਸੀਂ ਅਟੈਂਪਟ ਕਰੋ, ਆਪਦੀ ਜਿਹੜੀ ਪਰਫਾਰਮੈਂਸ ਹੈਗੀ ਉਹਨੂੰ ਜ਼ਰੂਰ ਜਾ ਕੇ ਵੇਖੋ। ਸੋ ਆਪਾਂ ਨੈਕਸਟ ਕੁਐਸਚਨ ਪੜ੍ਹਦੇ ਹਾਂ। ਦ ਜਨਰਲ ਡਾਇਰੈਕਸ਼ਨ ਆਫ ਦਾ ਫਲੋ ਆਫ ਦਾ ਸਮਰ ਮੌਨਸੂਨ ਇਨ ਇੰਡੀਆ ਇਜ਼। ਕਿਹੜੀ ਡਾਇਰੈਕਸ਼ਨ ਹੁੰਦੀ ਹੈ ਜਦੋਂ ਮੌਨਸੂਨ ਇੰਡੀਆ ਦੇ ਵਿੱਚ ਫਲੋ ਕਰਦੀ ਹੁੰਦੀ ਹੈ? ਸੋ ਇਹ ਆਪਸ਼ਨ ਹੈਗਾ ਸਾਊਥ ਟੂ ਨਾਰਥ, ਸਾਊਥ ਵੈਸਟ ਟੂ ਸਾਊਥ ਈਸਟ, ਸੀ ਆਪਸ਼ਨ ਹੈਗਾ ਸਾਊਥ ਈਸਟ ਟੂ ਸਾਊਥ ਵੈਸਟ ਫਰੋਮ, ਡੀ ਆਪਸ਼ਨ ਹੈਗਾ ਸਾਊਥ ਵੈਸਟ ਟੂ ਨਾਰਥ ਈਸਟ। ਜਿਹੜੀ ਆਪਣੀ ਮੌਨਸੂਨ ਦਾ ਟ੍ਰੈਂਡ ਹੁੰਦਾ ਹੈ ਉਹ ਹੁੰਦਾ ਸਾਊਥ ਵੈਸਟ ਤੋਂ ਲੈ ਕੇ ਨਾਰਥ ਈਸਟ ਤੱਕ। ਸਾਊਥ ਵੈਸਟ ਤੋਂ ਸਟਾਰਟ ਹੁੰਦੀ ਹੈ। ਸਾਊਥ ਵੈਸਟ ਮਤਲਬ ਇਹ ਹੋ ਗਿਆ ਕੇਰਲਾ ਦੀ ਕੋਸਟ ਤੋਂ ਸਟਾਰਟ ਹੁੰਦੀ ਹੈ ਤੇ ਉਹ ਮੂਵ ਕਰ ਜਾਂਦੀ ਹੈ ਆਪਣੀ ਨਾਰਥ ਈਸਟ ਵੱਲ। ਨਾਰਥ ਈਸਟ ਦਾ ਮਤਲਬ ਕੀ ਹੋ ਗਿਆ? ਆਪਣੇ ਜਿਹੜੀ ਨਾਰਥ ਈਸਟਰਨ ਸਟੇਟਸ ਹੈਗੀਆਂ ਉਹਨਾਂ ਵੱਲ ਮੂਵ ਕਰ ਜਾਂਦੀ ਹੈ। ਨਾਰਥ ਈਸਟਰਨ ਸਟੇਟ ਦਾ ਮਤਲਬ ਇਹ ਹੋ ਗਿਆ ਅਸਾਮ, ਮੇਘਾਲਿਆ, ਜਿਹੜੀ ਆਪਣੀ ਅਰੁਣਾਚਲ ਪ੍ਰਦੇਸ਼ ਹੈਗੀ ਹੈ ਉਧਰ ਵੱਲ ਮੂਵ ਕਰ ਜਾਂਦੀ ਹੈ। ਸਟਾਰਟ ਕਿੱਥੋਂ ਹੁੰਦੀ ਹੈ? ਕੇਰਲਾ ਵੱਲ ਨੂੰ ਸਟਾਰਟ ਹੁੰਦੀ ਹੈ, ਅੱਗੇ ਜਾ ਕੇ ਕਿੱਧਰ ਨੂੰ ਚਲੀ ਜਾਂਦੀ ਹੈ? ਨਾਰਥ ਈਸਟਰਨ ਜਿਹੜੀ ਆਪਣੀਆਂ ਸਟੇਟਸ ਹੈਗੀਆਂ ਉੱਧਰ ਚਲੀ ਜਾਂਦੀ ਹੈ। ਨਾਰਥ ਈਸਟਰਨ ਸਟੇਟ ਕਿਹੜੀਆਂ ਹੈਗੀਆਂ? ਜਿਵੇਂ ਕਿ ਅਰੁਣਾਚਲ, ਅਸਾਮ, ਉਹਨਾਂ ਵੱਲ ਚਲੀ ਜਾਂਦੀ ਹੈ ਜਿਹੜੀ ਆਪਣੀ ਮੌਨਸੂਨ ਹੈਗੀ ਹੈ। ਸਟਾਰਟ ਕਿੱਥੋਂ ਹੁੰਦੀ ਹੈ? ਸਾਊਥ ਵੈਸਟ ਤੋਂ, ਚਲੀ ਕਿੱਥੇ ਜਾਂਦੀ ਹੈ? ਨਾਰਥ ਈਸਟ ਵੱਲ ਚਲੀ ਜਾਂਦੀ ਹੈ। ਬਹੁਤ ਇੰਪੋਰਟੈਂਟ ਹੈਗੀ ਹੈ। ਦੋ ਬ੍ਰਾਂਚਿਸ ਹੁੰਦੀਆਂ ਜਦੋਂ ਮੌਨਸੂਨ ਸਟਾਰਟ ਹੁੰਦੀ ਹੈ। ਇੱਕ ਬ੍ਰਾਂਚ ਤਾਂ ਆਪਣੇ ਵੱਲ ਆ ਜਾਂਦੀ ਹੈ ਪੰਜਾਬ ਵੱਲ, ਇੱਕ ਉੱਧਰ ਚਲੀ ਜਾਂਦੀ ਹੈ ਜਿਹੜੀ ਕਿ ਨਾਰਥ ਈਸਟਰਨ ਸਟੇਟ ਵੱਲ ਚਲੀ ਜਾਂਦੀ ਹੈ। ਪੰਜਾਬ ਵੱਲ ਬ੍ਰਾਂਚ ਦਾ ਮਤਲਬ ਇਹ ਹੋ ਗਿਆ ਵੀ ਜਿਹੜੀ ਕੇਰਲਾ, ਜਿਹੜੀ ਆਪਣੀ ਕਰਨਾਟਕਾ, ਫਿਰ ਮਹਾਰਾਸ਼ਟਰਾ, ਫਿਰ ਗੁਜਰਾਤ, ਫਿਰ ਆਪਣੇ ਪੰਜਾਬ ਵੱਲ ਆਉਂਦੀ ਹੈ, ਉਹ ਇੱਕ ਬ੍ਰਾਂਚ ਆ ਜਾਂਦੀ ਹੈ। ਉਹਨੂੰ ਕਿਹਾ ਜਾਂਦਾ ਜਿਹੜੀ ਸਾਊਥ ਵੈਸਟ ਬ੍ਰਾਂਚ ਹੁੰਦੀ ਹੈ। ਜਿਹੜੀ ਸਾਊਥ ਵੈਸਟ ਮੌਨਸੂਨ ਦੀ ਇੱਕ ਬ੍ਰਾਂਚ ਤਾਂ ਆਪਣੇ ਵੱਲ ਆ ਜਾਂਦੀ ਹੈ, ਇੱਕ ਬ੍ਰਾਂਚ ਚਲੀ ਜਾਂਦੀ ਹੈ ਨਾਰਥ ਈਸਟਰਨ ਵੱਲ। ਸੋ ਬਹੁਤ ਇੰਪੋਰਟੈਂਟ ਗੱਲ ਹੈਗੀ ਹੈ। ਸੋ ਆਪਾਂ ਯਾਦ ਰੱਖਣੀ ਹੈ ਵੀ ਜਿਹੜੀ ਜਨਰਲ ਡਾਇਰੈਕਸ਼ਨ ਹੁੰਦੀ ਹੈ ਆਪਣੀ ਸਮਰ ਮੌਨਸੂਨ ਦੀ ਉਹ ਹੁੰਦੀ ਹੈ ਸਾਊਥ ਵੈਸਟ ਟੂ ਨਾਰਥ ਈਸਟ ਵੱਲ। ਸੋ ਬਹੁਤ ਇੰਪੋਰਟੈਂਟ ਹੈਗਾ। ਇਨ ਦਾ ਸਮਰ ਦਾ ਮੌਨਸੂਨ ਫਲੋ ਫਰੋਮ ਦਾ ਸਾਊਥ ਵੈਸਟ ਟੂ ਨਾਰਥ ਈਸਟ ਡਾਇਰੈਕਸ਼ਨ ਡਿਊਰਿੰਗ ਦਾ ਵਿੰਟਰ ਵਾਈਲ ਰੀਟਰੀਟਿੰਗ ਬੈਕ ਇਟ ਫਲੋਸ ਫਰੋਮ ਦਾ ਨਾਰਥ ਈਸਟ ਟੂ ਸਾਊਥ ਵੈਸਟ। ਜਿਹੜੀ ਆਪਣੀ ਰੀਟਰੀਟਿੰਗ ਮੌਨਸੂਨ ਹੁੰਦੀ ਹੈ ਉਹਦੀ ਡਾਇਰੈਕਸ਼ਨ ਕੀ ਹੁੰਦੀ ਹੈ? ਨਾਰਥ ਈਸਟ ਟੂ ਸਾਊਥ ਵੈਸਟ ਡਾਇਰੈਕਸ਼ਨ ਹੁੰਦੀ ਹੈ ਰੀਟਰੀਟਿੰਗ ਮੌਨਸੂਨ ਦੀ। ਰੀਟਰੀਟਿੰਗ ਦਾ ਮਤਲਬ ਕੀ ਹੁੰਦਾ? ਜਦੋਂ ਆਪਣੇ ਮੌਨਸੂਨ ਖਤਮ ਹੋ ਜਾਂਦੀ ਹੈ, ਜਦੋਂ ਵਾਪਸ ਜਾਂਦੀ ਹੈ ਮੌਨਸੂਨ, ਉਹਨੂੰ ਕਹਿੰਦੇ ਰੀਟਰੀਟਿੰਗ ਮੌਨਸੂਨ। ਉਦੋਂ ਕਿਹੜੀ ਡਾਇਰੈਕਸ਼ਨ ਹੁੰਦੀ ਹੈ? ਨਾਰਥ ਈਸਟ ਟੂ ਸਾਊਥ ਵੈਸਟ ਡਾਇਰੈਕਸ਼ਨ। ਇੱਕ ਗੱਲ ਹੋਰ ਵੀ ਦੱਸਣਾ ਚਾਹੂੰਗਾ ਵੀ ਜਦੋਂ ਰੀਟਰੀਟਿੰਗ ਮੌਨਸੂਨ ਹੁੰਦੀ ਹੈ ਤਾਂ ਜਿਹੜਾ ਆਪਣਾ ਤਾਮਿਲਨਾਡੂ ਹੈ ਉਹਦੇ ਵਿੱਚ ਬਾਰਿਸ਼ ਹੁੰਦੀ ਹੈ। ਸੋ ਇੱਕੋ ਹੀ ਸਟੇਟ ਇਹ ਜਿਹੀ ਹੈ ਜਿਹਦੇ ਵਿੱਚ ਰੀਟਰੀਟਿੰਗ ਮੌਨਸੂਨ ਨਾਲ ਬਾਰਿਸ਼ ਹੁੰਦੀ ਹੈ। ਸੋ ਰੀਟਰੀਟਿੰਗ ਮੌਨਸੂਨ ਦੀ ਡਾਇਰੈਕਸ਼ਨ ਕਿਹੜੀ ਹੈ? ਨਾਰਥ ਈਸਟ ਤੋਂ ਸਾਊਥ ਵੈਸਟ ਡਾਇਰੈਕਸ਼ਨ ਹੈਗੀ ਹੈ ਆਪਣੀ ਰੀਟਰੀਟਿੰਗ ਮੌਨਸੂਨ ਦੀ। ਬਹੁਤ ਇੰਪੋਰਟੈਂਟ ਗੱਲ ਹੈਗੀ ਹੈ। ਕਿਹੜੀ ਸਟੇਟ ਦੇ ਵਿੱਚ ਰੀਟਰੀਟਿੰਗ ਮੌਨਸੂਨ ਨਾਲ ਬਾਰਿਸ਼ ਆਉਂਦੀ ਹੈ? ਤਾਮਿਲਨਾਡੂ ਦੇ ਵਿੱਚ ਬਾਰਿਸ਼ ਆਉਂਦੀ ਹੈ ਰੀਟਰੀਟਿੰਗ ਮੌਨਸੂਨ ਦੇ ਨਾਲ। ਬਹੁਤ ਇੰਪੋਰਟੈਂਟ ਪੁਆਇੰਟ ਹੈਗਾ। ਨੈਕਸਟ ਹੈਗਾ ਬੇਲਾਦਲਾ ਮਾਈਨਸ ਆਰ ਰਿਲੇਟਡ ਟੂ ਵਿਚ ਮਿਨਰਲ। ਜਿਹੜੀਆਂ ਬੇਲਾਦਲਾ ਮਾਈਨਸ ਹੈਗੀਆਂ ਉਹ ਕਿਹੜੇ ਮਿਨਰਲ ਦੇ ਨਾਲ ਰਿਲੇਟਡ ਹੈਗੀਆਂ? ਆਪਾਂ ਨੂੰ 4 ਆਪਸ਼ਨ ਦਿੱਤੇ ਹੋਏ ਹੈ। ਆਇਰਨ ਔਰ ਦੇ ਨਾਲ ਰਿਲੇਟਡ ਹੈਗੀਆਂ, ਕੋਲ ਦੇ ਨਾਲ ਰਿਲੇਟਡ ਹੈਗੀਆਂ, ਮੈਗਨੀਜ਼ ਔਰ ਦੇ ਨਾਲ ਰਿਲੇਟਡ ਹੈਗੀਆਂ, ਮੀਕਾ ਦੇ ਨਾਲ ਰਿਲੇਟਡ ਹੈ।
ਜਿਹੜੀ ਬੈਲਾਦਲਾ ਮਾਈਨਸ ਹੈਗੀਆਂ ਉਹ ਰਿਲੇਟਡ ਹੈਗੀਆਂ ਆਇਰਨ ਔਰ ਦੇ ਨਾਲ ਰਿਲੇਟਡ। ਇਹ ਕਿੱਥੇ ਹੈਗੀਆਂ? ਛੱਤੀਸਗੜ੍ਹ ਦੇ ਵਿੱਚ। ਬਹੁਤ ਇੰਪੋਰਟੈਂਟ ਹੈਗਾ ਵੀ ਜਿਹੜੀਆਂ ਬੈਲਾਦਲਾ ਮਾਈਨਸ ਹੈਗੀਆਂ ਕਿੱਥੇ ਹੈਗੀਆਂ? ਛੱਤੀਸਗੜ੍ਹ ਦੇ ਵਿੱਚ। ਸਭ ਤੋਂ ਜਿਹੜਾ ਲਾਰਜੈਸਟ ਪ੍ਰੋਡਿਊਸਰ ਹੈਗਾ ਉਹ ਆਇਰਨ ਐਂਡ ਔਰ ਦਾ, ਉਹ ਕਿਹੜੀ ਸਟੇਟ ਹੈਗੀ ਹੈ? ਉਹ ਹੈਗੀ ਹੈ ਉੜੀਸਾ। ਬਹੁਤ ਇੰਪੋਰਟੈਂਟ ਪੁਆਇੰਟ ਹੈਗਾ। ਜਿਹੜੀ ਮੀਕਾ ਦਾ ਲਾਰਜੈਸਟ ਪ੍ਰੋਡਿਊਸਰ ਕੌਣ ਹੈਗਾ? ਉਹ ਹੈਗਾ ਆਂਧਰਾ ਪ੍ਰਦੇਸ਼। ਸੋ ਇਹ ਸਾਰੇ ਗੱਲਾਂ ਆਪਾਂ ਧਿਆਨ ਦੇ ਵਿੱਚ ਰੱਖਣੀ ਹੈ। ਇਹ ਸੀਗਾ ਆਪਣਾ ਅੱਜ ਦਾ ਲੈਕਚਰ। ਜਿਹੜਾ ਫਰਦਰ ਲੈਕਚਰਸ ਹੈ ਜੋਗਰਾਫੀ ਤੇ ਉਹ ਕੱਲ੍ਹ ਨੂੰ ਕੰਟੀਨਿਊ ਕੀਤੇ ਜਾਣਗੇ। ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਸਾਡੀ ਜਿਹੜੀ CBSE ਐਗਜ਼ਾਮ ਗੁਰੂ ਐਪ ਹੈ ਉਹਨੂੰ ਵੀ ਜਾ ਕੇ ਪਲੇ ਸਟੋਰ 'ਤੇ ਡਾਊਨਲੋਡ ਕਰੋ। ਫ੍ਰੀ ਕੁਇਜ਼ਿਜ਼ ਨੂੰ, ਜਿਹੜੇ ਫ੍ਰੀ ਕੁਇਜ਼ ਅਸੀਂ ਅਪਲੋਡ ਕਰ ਰਹੇ ਹਾਂ ਉਹਨਾਂ ਦਾ ਜਾ ਕੇ ਫਾਇਦਾ ਉਠਾਓ। ਜਿਹੜੀ ਸਾਡੀ ਟੈਸਟ ਸੀਰੀਜ਼ ਹੈਗੀ ਅਸੀਂ ਲਾਂਚ ਕੀਤੀ ਹੋਈ ਹੈ 996 ਰੁਪੀਜ਼ ਦੇ ਵਿੱਚ, ਉਹ ਵੀ ਤੁਸੀਂ ਜਾ ਕੇ ਜੁਆਇਨ ਕਰ ਸਕਦੇ ਹੋ। ਉਹਦੇ ਵਿੱਚ 15 GS ਦੇ ਟੈਸਟ ਹੈਗੇ ਆ, 5 CSET ਦੇ ਟੈਸਟ ਹੈਗੇ ਆ। ਬਾਕੀ PCS ਦਾ ਕ੍ਰੈਸ਼ ਕੋਰਸ ਵੀ ਅਸੀਂ ਲਾਂਚ ਕੀਤਾ ਹੋਇਆ, ਉਹਨੂੰ ਵੀ ਤੁਸੀਂ ਜੁਆਇਨ ਕਰ ਸਕਦੇ ਹੋ। ਬਹੁਤ ਹੀ ਨੋਮੀਨਲ ਜੇ ਚਾਰजेस ਹੈਗੇ ਆ PCS ਕ੍ਰੈਸ਼ ਕੋਰਸ ਦੇ। ਸੋ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਲੈਕਚਰ। ਥੈਂਕ ਯੂ ਸੋ ਮਚ।